हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਚੱਲਦੇ ਹਾਂ ਅੱਜ ਦੀ ਆਪਣੀ ਪਹਿਲੀ ਨਿਊਜ਼ ਦੇ ਉੱਤੇ। ਆਪਣੀ ਧਰਤੀ ਵੱਲ ਨੂੰ ਇੱਕ ਚੀਜ਼ ਜਿਹੜੀ ਸਪੈਸ਼ਲ ਜਿਹੜੀ ਕਿ ਅੰਤਰਿਕਸ਼ ਦੇ ਵਿੱਚੋਂ ਆ ਰਹੀ ਹੈ, ਜਿਹਦੀ ਸਪੀਡ ਇਹ ਦੱਸੀ ਜਾ ਰਹੀ ਹੈ ਵਿਗਿਆਨੀਆਂ ਦੇ ਵੱਲੋਂ ਕਿ 35,000 ਪ੍ਰਤੀ ਕਿਲੋਮੀਟਰ 1 ਘੰਟੇ ਦੀ ਰਫ਼ਤਾਰ ਹੈ ਜੀ ਇਸ ਕੋਮੇਟ ਦੀ, ਜਿਹੜਾ ਕਿ ਧਰਤੀ ਵਾਲੇ ਪਾਸੇ ਨੂੰ ਆ ਰਿਹਾ ਹੈ ਆਕਾਸ਼ ਦੇ ਵਿੱਚੋਂ। ਹੁਣ ਇਹਦੇ ਵਿੱਚ ਬਹੁਤ ਸਾਰਾ ਸਵਾਲ ਲੋਕਾਂ ਦੇ ਮਨ ਵਿੱਚ ਹੈ ਕਿ ਦੁਨੀਆ ਦੇ ਉੱਤੇ ਕੋਈ ਖਤਰਾ ਬਣ ਸਕਦਾ ਇਸ ਚੀਜ਼ ਦਾ, ਕਿਉਂਕਿ ਇੰਨੀ ਸਪੀਡ ਦੇ ਨਾਲ ਅਗਰ ਕੋਈ ਚੀਜ਼ ਧਰਤੀ ਵੱਲ ਨੂੰ ਆਵੇ ਅਤੇ ਆ ਕੇ ਧਰਤੀ ਦੇ ਨਾਲ ਅਗਰ ਟਕਰਾ ਵੀ ਜਾਵੇ ਤਾਂ ਫਿਰ ਕੁਝ ਵੀ ਹੋ ਸਕਦਾ ਹੈ। ਪਰੰਤੂ ਇਹਦੇ ਵਿੱਚ ਜਿਹੜੀ ਖੁਸ਼ਕਿਸਮਤੀ ਤੁਹਾਨੂੰ ਦੱਸਾਂਗੇ। ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਕੋਮੇਟ ਇਸ ਨੂੰ ਕੋਮੇਟ ਕਿਹਾ ਜਾਂਦਾ ਇੱਕ ਬਹੁਤ ਵੱਡਾ ਧੂਮਕੇਤੂ ਹੈ, ਜਿਹੜਾ ਇਸ ਦਾ ਦਰਵਮਾਨ ਹੈ ਜੀ 500 ਟ੍ਰਿਲੀਅਨ ਟਨ ਹੈ। ਦਰਵਮਾਨ ਦਾ ਮਤਲਬ ਹੁੰਦਾ ਹੈ ਕਿ ਇਸ ਦਾ ਜਿਹੜਾ ਵੇਟ ਹੈ, ਅਤੇ ਜਿਹੜੀ ਇਸ ਧੂਮਕੇਤੂ ਦੀ ਚੜ੍ਹਾਈ ਹੈ ਜੀ 128 ਕਿਲੋਮੀਟਰ। ਆਮ ਕਰਕੇ ਜਿੰਨੇ ਵੀ ਧੂਮਕੇਤੂ ਪਹਿਲਾਂ ਲੱਭੇ ਹਨ ਇਹ ਤਕਰੀਬਨ ਉਹਨਾਂ ਤੋਂ 50 ਗੁਣਾ ਵੱਡਾ ਹੈ। ਪਰੰਤੂ ਇਹਦੇ ਵਿੱਚ ਗੁੱਡ ਨਿਊਜ਼ ਇਹ ਹੈ ਕਿ ਅਮਰੀਕੀ ਜਿਹੜੀ ਸਪੇਸ ਏਜੰਸੀ ਨਾਸਾ ਹੈ ਜੀ, ਜਿਹੜੀ ਕਿ ਇਸ ਦੇ ਉੱਤੇ ਲਗਾਤਾਰ ਨਿਗਾਹ ਟਿਕਾ ਕੇ ਬੈਠੀ ਹੋਈ ਅਤੇ ਇਸ ਦਾ ਲਗਾਤਾਰ ਅਧਿਐਨ ਕੀਤਾ ਜਾ ਰਿਹਾ ਹੈ। ਕਿਉਂਕਿ ਜਿਹੜੀ ਏਜੰਸੀ ਹੈ ਜੀ ਇਸ ਚੀਜ਼ ਦੇ ਉੱਤੇ ਵੀ ਗੌਰ ਕਰਦੀ ਹੈ ਕਿ ਧਰਤੀ ਵਾਲੇ ਪਾਸੇ ਨੂੰ ਕੋਈ ਇਹੋ ਜਿਹੇ ਅੰਤਰਿਕਸ਼ ਦੇ ਵਿੱਚੋਂ ਕੋਈ ਚੀਜ਼ ਤਾਂ ਨਹੀਂ ਆ ਰਹੀ। ਅਗਰ ਮੰਨ ਲਓ ਸਪੋਜ਼ ਕਰੋ ਕਿ ਕੋਈ ਚੀਜ਼ ਇਹੋ ਜਿਹੀ ਧਰਤੀ ਵਾਲੇ ਪਾਸੇ ਨੂੰ ਆ ਵੀ ਰਹੀ ਹੈ, ਅਤੇ ਇਹਨਾਂ ਦੇ ਕੋਲ ਇਹੋ ਜਿਹੇ ਸਿਸਟਮ ਵੀ ਹੁੰਦੇ ਹਨ ਕਿ ਇਹ ਰੋਕਟ ਵਗੈਰਾ ਭੇਜ ਕੇ ਉਸ ਚੀਜ਼ ਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦੇ ਹਨ। ਪਰੰਤੂ ਇਸ ਧੂਮਕੇਤੂ ਦੇ ਬਾਰੇ ਨਾਸਾ ਦਾ ਇਹ ਕਹਿਣਾ ਹੈ ਕਿ ਇਹਦੇ ਵਾਸਤੇ ਧਰਤੀ ਦੇ ਵਾਸਤੇ ਕੋਈ ਵੀ ਖਤਰੇ ਵਾਲੀ ਗੱਲ ਨਹੀਂ ਹੈ। ਇਹ ਧਰਤੀ ਦੇ ਬਿਲਕੁਲ ਨਜ਼ਦੀਕ ਹੋ ਕੇ ਨਹੀਂ ਲੰਘੇਗਾ, ਸਗੋਂ ਕੁਝ ਦੂਰੀ ਤੋਂ ਹੀ ਇਹ ਪਾਸੇ ਨੂੰ ਜਾ ਸਕਦਾ ਹੈ। ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ 'ਤੇ। ਨੈਕਸਟ ਖਬਰ ਜਿਹੜੀ ਆਪਣੀ ਇਹੋ ਜਿਹੀ ਖਬਰ ਹੈ ਕਿ ਇਹਦੇ ਵਿੱਚ ਕੀ ਹੋਇਆ ਕਿ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਜਿਹੜਾ ਜੀ ਕੁਝ ਲੱਛਣ ਉਹਨਾਂ ਦੇ ਵਿੱਚ ਦਿਖਾਈ ਦੇ ਰਹੇ, ਜਿੱਦਾਂ ਕਿ ਚਿਹਰਾ ਲਾਲ ਹੋ ਰਿਹਾ ਉਹਨਾਂ ਜਿਹੜਾ BP ਵਧਣਾ ਸ਼ੁਰੂ ਹੋ ਚੁੱਕਾ ਹੈ, ਜਿਹੜਾ ਸੁੱਕਾਪਨ ਆ ਚੁੱਕਾ ਹੈ ਚਮੜੀ ਦੇ ਵਿੱਚ, ਅਤੇ ਨੱਕ ਦੇ ਵਿੱਚ ਜਲਣ ਹੋ ਰਹੀ ਹੈ, ਅਤੇ ਅੱਖਾਂ ਦੇ ਵਿੱਚ ਵੀ ਜਿੱਦਾਂ ਕਿ ਪਾਣੀ ਆ ਰਿਹਾ ਹੈ। ਕਈਆਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਆ ਰਹੀ ਹੈ, ਚੱਕਰ ਵਗੈਰਾ ਆ ਰਹੇ ਹਨ। ਇਹ ਸਾਰਾ ਕੁਝ ਹੋਇਆ ਹੈ ਜੀ ਯੂਕਰੇਨ ਦੇ ਵਿੱਚ। ਯੂਕਰੇਨ ਦਾ ਇੱਕ ਸ਼ਹਿਰ ਹੈ ਮਾਰੀਓਪੋਲ। ਇਸ ਸ਼ਹਿਰ ਦੇ ਵਿੱਚ ਜਿਹੜੇ ਲੋਕ ਹਨ ਉਹਨਾਂ ਨੇ ਇਸ ਚੀਜ਼ ਦੀ ਸ਼ਿਕਾਇਤ ਕੀਤੀ ਹੈ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਰੂਸ ਦੇ ਜਿਹੜੇ ਫੌਜੀ ਸਨ ਇਹਨਾਂ ਨੇ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਸਿੱਟੀ ਹੈ ਜਿਸ ਨੇ ਪਹਿਲਾਂ ਧੂੰਆਂ ਵਗੈਰਾ ਉੱਥੇ ਕੀਤਾ, ਅਤੇ ਕੁਝ ਲੋਕਾਂ ਨੇ ਧੂੰਆਂ ਦੇਖਣ ਦਾ ਜਿਹੜਾ ਦਾਅਵਾ ਵੀ ਕੀਤਾ ਹੈ। ਬਾਕੀ ਜਿਹੜੀ ਯੂਕਰੇਨ ਦੀ ਫੌਜ ਹੈ ਜੀ ਅਤੇ ਉਹਨਾਂ ਦੇ ਜਿਹੜੇ ਵੱਡੇ ਅਧਿਕਾਰੀ ਹਨ ਇਸ ਚੀਜ਼ ਦੇ ਬਾਰੇ ਖੋਜ ਕਰ ਰਹੇ ਹਨ ਆਪਣਾ ਦਾਅਵਾ ਦੱਸਣ ਦੇ ਵਾਸਤੇ ਪੂਰੀ ਦੁਨੀਆ ਨੂੰ ਕਿ ਰੂਸ ਨੇ ਕੋਈ ਨਾ ਕੋਈ ਜਿਹੜਾ ਕੈਮੀਕਲ ਹਥਿਆਰ ਉੱਥੇ ਵਰਤਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੱਛਣ ਲੋਕਾਂ ਦੇ ਵਿੱਚ ਦਿਖਾਈ ਦਿੱਤੇ ਹਨ ਇਹ ਕੈਮੀਕਲ ਹਥਿਆਰ ਵਰਤਣ ਦੇ ਨਾਲ ਹੀ ਹੋ ਸਕਦੇ ਹਨ। ਬਾਕੀ ਤੁਸੀਂ ਕਾਫੀ ਦਿਨਾਂ ਤੋਂ ਸੁਣ ਰਹੇ ਕਿ ਯੂਕਰੇਨ ਅਤੇ ਰੂਸ ਦਾ ਜਿਹੜਾ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਸੰਘਰਸ਼ ਹੈ ਜੀ ਚੱਲ ਰਿਹਾ, ਅਤੇ ਝਗੜਾ ਜਿਹੜਾ ਵੱਧਦਾ ਹੀ ਜਾ ਰਿਹਾ ਹੈ। ਪਰੰਤੂ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਇੱਕ ਦੂਸਰਾ ਦੇਸ਼ ਜਿਹੜਾ ਕਿ ਯੂਰਪ ਦੇ ਵਿੱਚ ਦੇਸ਼ ਪੈਂਦਾ ਹੈ ਫਿਨਲੈਂਡ। ਹੁਣ ਜਿਹੜੀ ਖਬਰ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਜਿਹੜਾ ਫਿਨਲੈਂਡ ਦੇ ਨਾਲ ਲੱਗਦਾ ਜਿਹੜਾ ਬਾਰਡਰ ਹੈ ਉਸ ਪਾਸੇ ਰੂਸ ਦੇ ਵੱਲੋਂ ਵੱਡੇ ਵੱਡੇ ਹਥਿਆਰ ਜਿਹੜੇ ਹਨ ਜੀ ਸੈਟੇਲਾਈਟ ਸਿਸਟਮ ਦੇ ਨਾਲ ਦੇਖੇ ਗਏ ਹਨ। ਇਹਦੇ ਵਿੱਚ ਮਿਜ਼ਾਈਲ ਪ੍ਰਣਾਲੀ ਜਿੱਦਾਂ ਕਿ ਇੱਕ ਸਿਸਟਮ ਹੈ, ਅਤੇ ਹੋਰ ਵੀ ਜਿਹੜੇ ਵੱਡੇ ਹਥਿਆਰ ਜਿਨ੍ਹਾਂ ਦੇ ਵਿੱਚ ਤੋਪਾਂ, ਟੈਂਕ ਅਤੇ ਬਖਤਰਬੰਦ ਗੱਡੀਆਂ ਵਗੈਰਾ ਇਹ ਦੇਖੀਆਂ ਗਈਆਂ ਹਨ ਕਿ ਜਿਹੜੀਆਂ ਫਿਨਲੈਂਡ ਦਾ ਬਾਰਡਰ ਹੈ ਜੀ ਉਸ ਪਾਸੇ ਨੂੰ ਰੂਸ ਜਿਹੜਾ ਹੈ ਭੇਜ ਰਿਹਾ ਹੈ। ਹੁਣ ਇੱਥੇ ਤੁਹਾਨੂੰ ਇਸ ਸਵਾਲ ਦਾ ਜਵਾਬ ਵੀ ਦੇ ਦਈਏ ਕਿ ਜਿਹੜੀ ਫੌਜ ਦੇਖੀ ਗਈ ਹੈ ਫਿਨਲੈਂਡ ਦੇ ਬਾਰਡਰ ਵੱਲ ਨੂੰ ਜਾਂਦੀ ਹੋਈ ਰੂਸ ਦੀ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਫਿਨਲੈਂਡ ਨੇ ਵੀ ਜਿੱਦਾਂ ਕਿ ਦਿਲਚਸਪੀ ਦਿਖਾਈ ਸੀ, ਇੰਟਰਸਟ ਦਿਖਾਇਆ ਸੀ ਕਿ ਉਹ ਵੀ ਜਿਹੜਾ ਹੈ ਜੀ ਨਾਟੋ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ। ਅਤੇ ਹੁਣ ਹੋ ਸਕਦਾ ਹੈ ਕਿ ਯੂਕਰੇਨ ਤੋਂ ਬਾਅਦ ਜਿਹੜਾ ਫਿਨਲੈਂਡ ਹੈ ਜੀ ਇਹਦੇ ਨਾਲ ਵੀ ਕੋਈ ਜਿਹੜਾ ਲਫੜਾ ਪੈ ਸਕਦਾ ਹੈ। ਅਤੇ ਇਸ ਤਰ੍ਹਾਂ ਅਗਰ ਇਸ ਦੇ ਵਿੱਚ ਇੱਕ ਤੋਂ ਜ਼ਿਆਦਾ ਦੇਸ਼ ਇਨਵੋਲਵ ਹੋ ਜਾਂਦੇ ਹਨ, ਅਗਰ 2 ਜਾਂ 2 ਤੋਂ ਜ਼ਿਆਦਾ ਦੇਸ਼, 3, 4, 5, ਅਤੇ ਵਰਲਡ ਵਾਰ ਜਿਹੜੀ ਹੁੰਦੀ ਹੈ ਜੀ ਫਿਰ ਇਸੇ ਤਰ੍ਹਾਂ ਹੀ ਸਟਾਰਟਿੰਗ ਇਸ ਦੀ ਹੁੰਦੀ ਹੈ। ਬਾਕੀ ਇਹਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਦੂਸਰਾ ਦੇਸ਼ ਹੈ ਜੀ ਯੂਰਪ ਦਾ ਸਵੀਡਨ, ਇਹ ਵੀ ਨਾਟੋ ਦੇ ਵਿੱਚ ਐਂਟਰੀ ਕਰਨਾ ਚਾਹੁੰਦਾ ਹੈ। ਨਾਟੋ ਦਾ ਮਕਸਦ ਇਹ ਸੀ ਕਿ ਜਿੱਦਾਂ ਕਿ ਦੇਸ਼ ਇਸ ਦੇ ਵਿੱਚ ਐਂਟਰ ਹੁੰਦੇ ਹਨ ਅਤੇ ਲੜਾਈ ਝਗੜੇ ਤੋਂ ਬਚਣਗੇ, ਪਰੰਤੂ ਦੇਖਿਆ ਹੀ ਜਾ ਰਿਹਾ ਹੈ ਕਿ ਨਾਟੋ ਦੀ ਵਜ੍ਹਾ ਦੇ ਨਾਲ ਜਿਹੜਾ ਯੂਰਪ ਦੇ ਵਿੱਚ ਅਸਥਿਰਤਾ ਆ ਰਹੀ ਹੈ, ਅਤੇ ਯੂਰਪ ਦੇ ਉੱਤੇ ਇੱਕ ਯਾਨੀ ਕਿ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਸੰਕਟ ਆ ਰਿਹਾ ਹੈ ਨਾਟੋ ਦੀ ਵਜ੍ਹਾ ਦੇ ਨਾਲ। ਕਿਉਂਕਿ ਇੱਕ ਪਾਸੇ ਇੱਕ ਦੇਸ਼ ਹੈ ਜਿਹੜਾ ਇਹਨਾਂ ਦੇਸ਼ਾਂ ਨੂੰ ਆਪਣੇ ਨਾਲ ਖਿੱਚ ਰਿਹਾ, ਦੂਜੇ ਪਾਸੇ ਦੂਸਰਾ ਦੇਸ਼ ਹੈ ਜਿਹੜਾ ਇਸ ਚੀਜ਼ ਨੂੰ ਮਨ੍ਹਾ ਕਰ ਰਿਹਾ ਹੈ। ਹਾਂਜੀ, ਚੱਲਦੇ ਹਾਂ ਜੀ ਆਪਣੀ ਅਗਲੀ ਖਬਰ ਉੱਤੇ। ਅਗਲੀ ਖਬਰ ਜਿਹੜੀ ਆਪਣੀ ਇਟਲੀ ਦੇ ਨਾਲ ਸੰਬੰਧਿਤ ਹੈ। ਸਟਾਰਟਿੰਗ ਦੇ ਵਿੱਚ ਜਦੋਂ ਯੂਕਰੇਨ ਤੋਂ ਲੋਕ ਬਾਹਰ ਨਿਕਲਣੇ ਸ਼ੁਰੂ ਹੋਏ ਸਨ ਰੈਫਿਊਜੀ ਵਗੈਰਾ, ਅਤੇ ਆਪਣਾ ਦੇਸ਼ ਇਟਲੀ ਇਸ ਨੇ ਵੀ ਬਹੁਤ ਜ਼ਿਆਦਾ ਜਾਣੀ ਕਿ ਸਵਾਗਤ ਕੀਤਾ ਸੀ ਰੈਫਿਊਜੀਆਂ ਦਾ। ਵੈਸੇ ਇੱਕ ਚੰਗੀ ਗੱਲ ਹੈ ਕਿ ਜਦੋਂ ਕੋਈ ਸੰਕਟ ਦੇ ਵਿੱਚ ਹੁੰਦਾ ਤਾਂ ਉਸਦੀ ਜਿਹੜੀ ਮਦਦ ਕਰਨੀ ਹਰ ਬੰਦੇ ਦਾ ਇੱਕ ਧਰਮ ਹੁੰਦਾ ਹੈ, ਅਤੇ ਇਟਲੀ ਨੇ ਵੀ ਆਪਣਾ ਇਹੀ ਧਰਮ ਨਿਭਾਇਆ। ਪਰੰਤੂ ਹੁਣ ਇਸ ਦੀ ਵਜ੍ਹਾ ਦੇ ਨਾਲ ਜਿਹੜੀ ਇਟਲੀ ਦੇ ਵਿੱਚ ਜਿਹੜੀ ਇੱਥੋਂ ਦੀਆਂ ਸਟੇਟਾਂ ਹਨ ਇਸ ਟਾਈਮ ਉਹਨਾਂ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਪੈਦਾ ਹੋ ਰਹੀ ਹੈ। ਉਹਨਾਂ ਨੂੰ ਜਿਹੜੀਆਂ ਕੁਝ ਡਿਫੀਕਲਟੀਜ਼ ਵਗੈਰਾ ਜਿਹੜੀਆਂ ਮਹਿਸੂਸ ਹੋ ਰਹੀਆਂ ਹਨ, ਕਿਉਂਕਿ ਜਿਹੜੇ ਰੈਫਿਊਜੀ ਹਨ ਯੂਕਰੇਨ ਤੋਂ ਇੱਕਦਮ ਕਾਫੀ ਵੱਡੀ ਸੰਖਿਆ ਦੇ ਵਿੱਚ ਇਟਲੀ ਦੇ ਵਿੱਚ ਆਏ ਹਨ। ਤਕਰੀਬਨ 91,000 ਬੰਦਾ ਜਿਹੜਾ ਹੈ ਜੀ ਇਟਲੀ ਦੇ ਵਿੱਚ ਐਂਟਰ ਹੋ ਚੁੱਕਾ ਹੈ।
ਬਾਕੀ ਜਿਹੜੇ ਰਿਫਿਊਜੀ ਹਨ ਇਹਨਾਂ ਦਾ ਜਿਹੜਾ ਵੈਲਕਮ ਹੈ ਜੀ CAS ਦੇ ਵੱਲੋਂ ਕੀਤਾ ਜਾ ਰਿਹਾ, SAL ਦੇ ਵੱਲੋਂ। ਤੀਜਾ ਸੈਕਟਰ ਹੈ ਇੱਕ ਪ੍ਰਾਈਵੇਟ ਸੈਕਟਰ, ਜਿਹਦੇ ਵਿੱਚ ਜਿੱਦਾਂ ਕਿ ਕੁਝ ਇਹਨਾਂ ਦੇ ਰਿਸ਼ਤੇਦਾਰ, ਕੁਝ ਮਿੱਤਰ ਸਨ ਜਿਨ੍ਹਾਂ ਨੇ ਕਿ ਇਹਨਾਂ ਦੀ ਪ੍ਰਾਹੁਣਾਚਾਰੀ ਲੋਕਾਂ ਦੀ ਕੀਤੀ ਅਤੇ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਸੰਭਾਲਿਆ। ਸੋ ਇਹਨਾਂ ਦੀ ਮਦਦ ਦੇ ਨਾਲ ਵੀ ਜਿਹੜਾ ਗੌਰਮੈਂਟ ਦੇ ਉੱਤੇ ਜਿਹੜਾ ਬੋਝ ਹੈ ਜੀ, ਕੁਝ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਹੌਲਾ ਹੋਇਆ ਹੈ। ਬਾਕੀ ਕੱਲ੍ਹ ਦੇ ਜਿਹੜੇ ਕੇਸ ਹਨ ਬਹੁਤ ਘੱਟ ਇਟਲੀ ਦੇ ਵਿੱਚ ਆਏ ਸਨ, ਜਿੱਦਾਂ 28,000 ਦੇ ਆਸ-ਪਾਸ। ਉਸ ਤੋਂ ਬਾਅਦ ਕੀ ਹੋਇਆ ਸੀ ਕਿ ਤੁਹਾਨੂੰ ਦੱਸਿਆ ਸੀ ਪਹਿਲੇ ਕਿ ਜਿਹੜੇ ਇਸ ਤੋਂ ਬਾਅਦ ਜਿਹੜੇ ਕੇਸ ਹੋਣਗੇ ਬਹੁਤ ਜ਼ਿਆਦਾ ਕੇਸ ਆ ਸਕਦੇ ਹਨ, ਅਤੇ ਇਸੇ ਹੀ ਤਰ੍ਹਾਂ ਹੋਇਆ ਹੈ। ਲਾਸਟ ਵਾਲੇ ਜਿਹੜੇ ਕੇਸ ਹੁਣ ਇਟਲੀ ਦੇ ਵਿੱਚ ਆਏ ਹਨ 83,643 ਕੇਸ ਨਵਾਂ ਆਇਆ ਹੈ ਅਤੇ 169 ਲੋਕਾਂ ਦੀ ਡੈਥ ਹੋਈ ਹੈ। ਬਾਕੀ ਅਗਲੀ ਖਬਰ ਜਿਹੜੀ ਉਹ ਵੀ ਇਟਲੀ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇੱਕ ਨਵੀਂ ਜਿਹੜੀ ਗੁੱਡ ਨਿਊਜ਼ ਹੈ ਜੀ, ਬਹੁਤ ਜਲਦ ਤੁਹਾਨੂੰ ਮਿਲ ਸਕਦੀ ਹੈ। ਇਟਲੀ ਦੇ ਵਿੱਚ ਜਿਹੜੇ ਅੰਡਰ ਸੈਕਟਰੀ ਆਫ ਹੈਲਥ ਜਿਹੜੇ ਕਿ ਪੀਅਰ ਪਾਲੋ ਸਿਲੇਰੀ ਸਾਹਿਬ ਹਨ, ਇਹਨਾਂ ਦੀ ਇੱਕ ਇੰਟਰਵਿਊ ਚੱਲੀ ਹੈ TG20 ਕੁਆਤਰੋ ਸਕਾਈ ਦੇ ਉੱਤੇ। ਇਹਦੇ ਵਿੱਚ ਇਹਨਾਂ ਨੇ ਇੱਕ ਆਪਣੀ ਜਿਹੜੀ ਪਰਸਨਲ ਰਾਏ ਦਿੱਤੀ ਹੈ। ਹੁਣ ਐਡੇ ਵੱਡੇ ਅਹੁਦੇ ਦੇ ਉੱਤੇ ਜਦੋਂ ਕਿ ਬੰਦਾ ਪਰਸਨਲ ਰਾਏ ਦਿੰਦਾ ਤਾਂ ਇਸ ਦਾ ਕੁਝ ਨਾ ਕੁਝ ਜਿਹੜਾ ਮਤਲਬ ਜ਼ਰੂਰ ਸਮਝਣਾ ਚਾਹੀਦਾ ਹੈ। ਇਹਨਾਂ ਨੇ ਕਿਹਾ ਹੈ ਕਿ ਜਿਹੜਾ ਨੈਕਸਟ ਮੰਥ ਹੈ, ਜੇ ਸਿਚੁਏਸ਼ਨ ਜਿਸ ਤਰ੍ਹਾਂ ਕਿ ਇਟਲੀ ਵਿੱਚ ਹੁਣ ਚੱਲ ਰਹੀ ਹੈ, ਅਗਰ ਇਸੇ ਤਰ੍ਹਾਂ ਦੀ ਸਿਚੁਏਸ਼ਨ ਇਟਲੀ ਦੇ ਵਿੱਚ ਰਹਿੰਦੀ ਹੈ ਤਾਂ ਨੈਕਸਟ ਮੰਥ ਵਿੱਚ ਕੀ ਹੋ ਸਕਦਾ ਕਿ ਜਿਹੜੇ ਮਾਸਕ ਹਨ ਜੀ, ਇਹਨਾਂ ਨੂੰ ਗੁੱਡ ਬਾਏ ਕਹਿ ਦਿੱਤਾ ਜਾਵੇ ਆਊਟਡੋਰ ਦੇ ਵਿੱਚ। ਨੈਕਸਟ ਖਬਰ ਜਿਹੜੀ ਆਈਫਾ ਦੇ ਵੱਲੋਂ ਆਈ ਹੈ, ਆਈਫਾ ਨੇ ਇਹ ਕਿਹਾ ਕਿ ਅਗਲੇ ਹਫ਼ਤੇ ਦੇ ਵਿੱਚ ਇੱਕ ਸ਼ੁਰੂਆਤ ਹੋ ਸਕਦੀ ਹੈ। ਇਹ ਜਿਹੜੀ ਖਬਰ ਤੁਹਾਨੂੰ ਦੱਸ ਰਹੇ ਜਿਹੜੇ ਆਈਫਾ ਦੇ ਡਾਇਰੈਕਟਰ ਹਨ, ਜਿਨ੍ਹਾਂ ਦਾ ਨਾਮ ਹੈ ਜੀ ਨਿਕੋਲਾ ਮਾਗਾਰੀਨੀ, ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਕਿ ਅਗਲੇ ਹਫ਼ਤੇ ਤੋਂ ਇਸ ਤਰ੍ਹਾਂ ਹੋਵੇਗਾ ਕਿ ਜਿਹੜੇ ਤੁਹਾਡੇ ਫੈਮਿਲੀ ਡਾਕਟਰ ਹੋਣਗੇ, ਜਿਨ੍ਹਾਂ ਕੋਲੋਂ ਤੁਸੀਂ ਦਵਾਈ ਵਗੈਰਾ ਇਟਲੀ ਦੇ ਵਿੱਚ ਲਿਖਵਾਉਂਦੇ ਹੋ, ਉਹ ਜਿਹੜੀ ਐਂਟੀਵਾਇਰਲ ਡਰੱਗ ਹੋਏਗੀ ਜੀ, ਉਹ ਡਾਕਟਰ ਤੁਹਾਨੂੰ ਲਿਖ ਕੇ ਦੇ ਸਕਦੇ ਹਨ। ਪਹਿਲਾਂ ਜਿਹੜੀ ਇਹ ਡਾਕਟਰਾਂ ਦੇ ਕੋਲ ਪਾਵਰ ਨਹੀਂ ਹੁੰਦੀ ਸੀ। ਬਾਕੀ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਕੰਮ ਦੇ ਵਾਸਤੇ ਡਾਕਟਰਾਂ ਨੂੰ ਜਿਹੜੀ ਕੁਝ ਸਪੈਸ਼ਲ ਟ੍ਰੇਨਿੰਗ ਵੀ ਦਿੱਤੀ ਜਾਏਗੀ। ਇੱਕ ਦਵਾਈ ਹੈ ਜੀ ਪਾਕਸੋਲੋਵਿਡ, ਜਿਹਦੀਆਂ ਕਿ 50,000 ਡੋਜ਼ਿਸ ਜਿਹੜੀਆਂ ਹਰ ਮਹੀਨੇ ਸਟਾਰਟ ਕੀਤੀਆਂ ਜਾਣਗੀਆਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਮੋਲਨੂਪੀਰਾਵੀਰ ਜਿਹੜੀ ਇੱਕ ਹੋਰ ਦਵਾਈ ਹੈ ਜੀ ਐਂਟੀਵਾਇਰਲ, ਉਹ ਕਹਿੰਦੇ ਹਨ ਕਿ ਇਸ ਦਾ ਜਿਹੜਾ ਜ਼ਿਆਦਾ ਅਸਰ ਨਹੀਂ ਹੈ ਅਤੇ ਇਸ ਦੇ ਉੱਤੇ ਜਿਹੜੀ ਇਨਵੈਸਟਮੈਂਟ ਹੈ ਘੱਟ ਕੀਤੀ ਜਾਵੇਗੀ। ਬਾਕੀ ਇਸ ਤੋਂ ਇਲਾਵਾ ਜਿਹੜੇ ਮਾਸਕ ਉੱਤੇ ਇੱਕ ਹੋਰ ਖਬਰ ਆਈ ਹੈ, ਜਿੱਦਾਂ ਕਿ ਸਿਨੇਮਾ ਵਗੈਰਾ ਦੇ ਵਿੱਚ, ਥੀਏਟਰ ਵਗੈਰਾ ਜਾਂ ਟਰਾਂਸਪੋਰਟ ਦਾ ਕੋਈ ਵੀ ਜਿੱਦਾਂ ਬੱਸ, ਟ੍ਰੇਨ ਜਾਂ ਕੋਈ ਹੋਰ ਵੀ ਜ਼ਰੀਆ ਹੋ ਸਕਦਾ ਹੈ। ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਮਈ ਦੇ ਵਿੱਚ ਵੀ ਜਿਹੜੇ ਮਾਸਕ ਹਨ ਇਹ ਓਬਲੀਗਾਤੋਰੀਓ ਹੀ ਰਹਿਣੇ ਹਨ, ਮਤਲਬ ਜ਼ਰੂਰੀ ਰਹਿਣੇ ਹਨ, ਕੰਪਲਸਰੀ। ਬਾਕੀ ਜਿਹੜੀ ਸਾਡੀ ਆਪਣੀ ਸੋਚ ਹੈ ਉਹ ਇਹੀ ਸੋਚ ਕਹਿੰਦੀ ਹੈ ਕਿ ਸਾਨੂੰ ਕੁਝ ਦਿਨ ਜਿਹੜਾ ਵੇਟ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਸਰਕਾਰ ਕਦੋਂ ਕਿਹੜਾ ਫੈਸਲਾ ਬਦਲ ਲਵੇ ਇਹਦੇ ਬਾਰੇ ਕੋਈ ਕੁਝ ਵੀ ਨਹੀਂ ਕਹਿ ਸਕਦਾ। ਅਤੇ ਸਥਿਤੀ ਜਿਹੜੀ ਹੈ ਜੀ ਕਿਸ ਪਾਸੇ ਨੂੰ ਜਾਵੇ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਹੋ ਜਾਵੇ, ਹੋ ਸਕਦਾ ਕਿ ਸੁਧਾਰ ਹੋਣ ਦੇ ਵਿੱਚ ਅਜੇ ਥੋੜ੍ਹਾ ਟਾਈਮ ਵੀ ਲੱਗ ਸਕਦਾ ਹੈ। ਬਾਕੀ ਜਿਹੜੀ 10 ਦੀ ਪੋਸਟ 14.9 ਦੇ ਉੱਤੇ ਹੀ ਟਿਕੀ ਹੋਈ ਹੈ। ਬਾਕੀ ਕਬੀਰ ਨੇ ਸਵਾਲ ਪੁੱਛਿਆ ਸੀ ਕਿ ਜਿਹੜੀ ਚੌਥੀ ਡੋਜ਼ ਹੈ ਜੀ, ਰੱਬ ਦਾ ਸ਼ੁਕਰ ਹੈ ਕਿ ਚੌਥੀ ਡੋਜ਼ ਜਿਹੜੀ ਹੈ ਜੀ ਬਜ਼ੁਰਗਾਂ ਦੇ ਵਾਸਤੇ ਹੀ ਹੈ ਅਤੇ ਜਵਾਨਾਂ ਦਾ ਇਸ ਦੇ ਵਿੱਚ ਕੋਈ ਨਾਮ ਨਹੀਂ ਹੈ। ਪਰੰਤੂ ਅਸੀਂ ਤੁਹਾਨੂੰ ਇੱਥੇ ਜਾਣਕਾਰੀ ਵਾਸਤੇ ਦੱਸ ਦਈਏ ਕਿ ਜਦੋਂ ਕੋਈ ਵੀ ਡੋਜ਼ ਜਿਹੜੀ ਨਵੀਂ ਸ਼ੁਰੂ ਕਰਦੇ ਆ, ਜਿੱਦਾਂ ਕਿ ਤੀਸਰੀ ਡੋਜ਼ ਜਾਂ ਚੌਥੀ ਡੋਜ਼ ਜਿਹੜੀ ਹੁਣ ਇਹਨਾਂ ਨੇ ਨਵੀਂ ਸ਼ੁਰੂ ਕਰਨੀ, ਚੌਥੀ ਡੋਜ਼, ਪਹਿਲਾਂ ਜਿਹੜੀ ਸਟਾਰਟਿੰਗ ਹੈ ਜੀ ਇਹ ਸਿਆਣੇ ਬੰਦਿਆਂ ਤੋਂ ਹੀ ਕੀਤੀ ਜਾਂਦੀ, 80 ਵਾਲੇ, 90 ਵਾਲੇ, ਇਸ ਤਰ੍ਹਾਂ ਜਿਹੜੇ ਏਜ ਗਰੁੱਪ ਇਸ ਦੇ ਵਿੱਚ ਸ਼ਾਮਲ ਕੀਤਾ ਜਾਂਦਾ। ਹੌਲੀ ਹੌਲੀ 60 ਵਾਲਾ ਗਰੁੱਪ ਇਸ ਦੇ ਵਿੱਚ ਆ ਜਾਏਗਾ ਅਤੇ ਹੌਲੀ ਹੌਲੀ ਕੀ ਹੋਏਗਾ ਕਿ ਵੀ 50 ਸਾਲ, 40 ਸਾਲ ਅਤੇ ਇਸ ਤਰ੍ਹਾਂ ਤਕਰੀਬਨ ਜਦੋਂ ਫਿਰ ਸਾਰੇ ਹੀ ਬੰਦੇ ਇਸ ਦੇ ਅਧੀਨ ਲਿਆਂਦੇ ਜਾਂਦੇ ਹਨ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਚੌਥੀ ਡੋਜ਼ ਹੈ ਜੀ ਸਿਰਫ ਬਜ਼ੁਰਗਾਂ ਦੇ ਵਾਸਤੇ ਹੈ। ਇਹ ਤਕਰੀਬਨ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਇਹ ਸਾਰਿਆਂ ਦਾ ਨੰਬਰ ਜਿਹੜਾ ਲੱਗ ਸਕਦਾ ਹੈ। ਬਾਕੀ ਇਟਲੀ ਦੇ ਵਿੱਚ ਜਿਹੜੇ ਬੈੱਡ ਵਗੈਰਾ ਹਨ ਹੌਸਪੀਟਲਾਂ ਦੇ ਵਿੱਚ, ਇਸ ਟਾਈਮ ਜਿਹੜੀ ਇਹਨਾਂ ਦੇ ਵਿੱਚ ਭਰਤੀ ਹੈ ਜੀ ਕੋਵਿਡ ਮਰੀਜ਼ਾਂ ਦੀ ਵਧਣੀ ਸ਼ੁਰੂ ਹੋ ਚੁੱਕੀ ਹੈ। ਤਕਰੀਬਨ 100 ਦੇ ਪਿੱਛੇ ਜਿਹੜੇ 16 ਬੈੱਡ ਹਨ ਜੀ ਕਰੋਨਾ ਦੇ ਜਿਹੜੇ ਪੇਸ਼ੈਂਟ ਹਨ, ਇਹਨਾਂ ਦੇ ਵੱਲੋਂ ਭਰੇ ਜਾ ਚੁੱਕੇ ਹਨ। ਇਹ ਜਿਹੜਾ ਕਿ ਇੱਕ ਚੰਗਾ ਨਿਸ਼ਾਨ ਜਾਂ ਚੰਗਾ ਸਿਗਨਲ ਆਪਾਂ ਇਸ ਨੂੰ ਨਹੀਂ ਕਹਿ ਸਕਦੇ। ਹੁਣ ਗੱਲ ਕਰ ਲਈਏ US ਦੇ ਕੁਝ ਜਿਹੜੇ ਆਰਡਰ ਵਗੈਰਾ ਦਿੱਤੇ ਗਏ ਹਨ। US ਨੇ ਆਰਡਰ ਕੀਤਾ ਜਿਹੜਾ ਕੌਂਸੂਲੇਟ ਦਾ ਸਟਾਫ ਹੈ ਜੀ, ਐਮਬੈਸੀ ਦਾ ਸਟਾਫ, ਜਿਹੜਾ ਕਿ ਚਾਈਨਾ ਦੇ ਵਿੱਚ ਉਹਨਾਂ ਦਾ ਸਟਾਫ ਹੈ, ਸ਼ੰਘਾਈ ਦੇ ਵਿੱਚ। ਹੁਣ ਇਹਦੇ ਵਿੱਚ ਕੋਈ ਇਹਨਾਂ ਦਾ ਝਗੜਾ ਨਹੀਂ ਹੈ, ਕੋਈ ਇਹੋ ਜਿਹੀ ਗੱਲਬਾਤ ਆਪਸ ਦੇ ਵਿੱਚ ਨਹੀਂ ਹੈ। ਬਸ ਗੱਲਬਾਤ ਇਹੀ ਹੈ ਕਿ ਜਿੱਦਾਂ ਕਿ ਸ਼ੰਘਾਈ ਦੇ ਵਿੱਚ ਇਸ ਟਾਈਮ ਜਿਹੜੀ ਕੋਵਿਡ ਐਮਰਜੈਂਸੀ ਲੱਗ ਚੁੱਕੀ ਹੈ, ਅਤੇ ਇਸ ਕਰਕੇ US ਨੇ ਜਿਹੜੇ ਆਰਡਰ ਵਗੈਰਾ ਦਿੱਤੇ ਹਨ ਆਪਣੇ ਸਟਾਫ ਨੂੰ ਕਿ ਜਲਦੀ ਤੋਂ ਜਲਦੀ ਜਿਹੜਾ ਸ਼ੰਘਾਈ ਹੈ ਜੀ ਉਹ ਛੱਡ ਦਿਓ। ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ। ਵੀਡੀਓ ਦੇਖੀ ਧੰਨਵਾਦ। ਅਤੇ ਵੀਡੀਓ ਦੇ ਅੰਤ ਦੇ ਵਿੱਚ ਇੱਕ ਬੇਨਤੀ ਕਰ ਦਈਏ ਕਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅਤੇ ਜ਼ਰੂਰ ਕਰ ਲਿਓ, ਅਤੇ ਜੇ ਤੁਸੀਂ ਬੈਲ ਆਈਕਨ ਵੀ ਨਹੀਂ ਦਬਾਇਆ ਤਾਂ ਉਸ ਨੂੰ ਵੀ ਜ਼ਰੂਰ ਦਬਾ ਲਿਓ। ਤਾਂ ਵੀਡੀਓ ਦੇਖੀ ਧੰਨਵਾਦ।